जब इनकी मैरिज हुई तब ये बहुत आनंदित थे, पर एक ऐसी खुशी जो ये चाहते थे इनके पास नहीं थी, जिसकी वजह से इनकी लाइफ में रोने के अलावा और कुछ भी रह नहीं गया था और बहुत ज्यादा परेशानियों का इनको सामना करना पड़ा। पर एक टाइम आया जब परमेश्वर ने इनकी जिंदगी में काम किया और इनकी लाइफ में से हर तरह के रोने को, उदासी को, निराशा को खत्म करके एक ऐसा आनंद भरा कि उसके बाद ये कभी भी रोए नहीं और परमेश्वर में ये आनंदित है। तो आइए इनकी इस अद्भुत गवाही को हम देखते हैं। हालेलुया, सबनू जय मसीह दी। मेरा नाम राजविंदर कौर है। ये मेरे हसबैंड जतिंदर सिंह। ਅਸੀਂ शहर बटाला ਦੇ ਰਹਿਣ ਵਾਲੇ ਹਾਂ। ਅੱਜ ਮੈਂ ਆਪਣੇ ਜੀਵਨ ਦੀ ਸਭ ਤੋਂ ਵੱਡੀ ਗਵਾਹੀ ਦੇਣ ਜਾ ਰਹੀ ਹਾਂ। ਸਤੰਬਰ 2014 ਦੇ ਵਿੱਚ ਸਾਡੀ ਮੈਰਿਜ ਹੋਈ। ਮੈਰਿਜ ਤੋਂ ਬਾਅਦ ਸਾਡੇ 2 ਬੱਚੇ ਹੋਏ। ਅਸੀਂ ਆਪਣੀ ਫੈਮਿਲੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਸੀ। ਕੁਝ ਸਮੇਂ ਬਾਅਦ ਮੈਨੂੰ ਦੁਸ਼ਟ ਆਤਮਾਵਾਂ ਦੇ ਅਟੈਕ ਹੋਣੇ ਸ਼ੁਰੂ ਹੋ ਗਏ। ਇਹ ਜਿਹੜੇ ਅਟੈਕ ਸੀ ਇਹ ਮੈਨੂੰ ਈਵਨਿੰਗ ਟਾਈਮ ਜ਼ਿਆਦਾ ਹੁੰਦੇ ਸੀ। ਜਦੋਂ ਵੀ ਮੈਂ ਸੌਂਦੀ ਸੀ ਮੈਨੂੰ ਸੁਪਨੇ ਦੇ ਵਿੱਚ ਮਰੇ ਹੋਏ ਲੋਕ ਦਿਖਾਈ ਦਿੰਦੇ ਸੀ, ਬਹੁਤ ਜ਼ਿਆਦਾ ਸਨੇਕਸ ਦਿਖਾਈ ਦਿੰਦੇ ਸੀ, ਗੰਦਾ ਪਾਣੀ ਦਿਖਾਈ ਦਿੰਦਾ ਹੁੰਦਾ ਸੀ। ਸੁੱਤੇ ਹੋਏ ਮੇਰੇ ਜਿੱਦਾਂ ਸਾਹ ਬੰਦ ਹੋ ਜਾਂਦਾ ਸੀ। ਮੈਂ ਕਈ ਮਿੰਟ ਜਿਹੜਾ ਸਾਹ ਨਹੀਂ ਸੀ ਲੈ ਪਾਉਂਦੀ ਸੀ। ਮੈਨੂੰ ਦਬਾਅ ਬਹੁਤ ਜ਼ਿਆਦਾ ਪੈਂਦੇ ਹੁੰਦੇ ਸੀ। ਮੈਂ ਸੁੱਤੇ ਹੋਏ ਅਚਾਨਕ ਚੀਕਾਂ ਮਾਰ ਕੇ ਉੱਠ ਜਾਂਦੀ ਸੀ। ਫਿਰ ਮੈਂ ਆਪਣੇ ਹਸਬੈਂਡ ਨੂੰ ਦੱਸਣਾ ਕਿ ਮੇਰੇ ਇੱਦਾਂ ਕਿਸੇ ਨੇ ਗਲਾ ਦਬਾਇਆ ਬਹੁਤ ਜ਼ੋਰ ਨਾਲ, ਮੇਰਾ ਸਾਹ ਨਹੀਂ ਸੀ ਆ ਰਿਹਾ ਵੀ। ਕਿ ਜਦੋਂ ਮੈਂ ਸਵੇਰੇ ਉੱਠਣਾ ਮੇਰਾ ਪਾਗਲਾਂ ਵਾਲਾ ਹਾਲ ਹੋ ਗਿਆ ਸੀ। ਮੈਂ ਆਪਣੇ ਮੂੰਹ ਤੇ ਥੱਪੜ ਮਾਰਦੀ ਸੀ, ਉੱਚੀ ਚਲਾਉਂਦੀ ਸੀ। ਆਪਣੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਡਾਂਟਦੀ ਸੀ। ਇਹਨਾਂ ਨਾਲ ਵੀ ਬਹੁਤ ਜ਼ਿਆਦਾ ਲੜਾਈ ਝਗੜਾ ਹੁੰਦਾ ਸੀ। ਮੇਰਾ ਸਾਰਾ ਕੰਮ ਇਹ ਖੁਦ ਕਰਦੇ ਸੀ। ਮੈਂ ਕੋਈ ਵੀ ਘਰ ਦਾ ਕੰਮ ਨਹੀਂ ਸੀ ਕਰਦੀ। ਸਾਰਾ ਦਿਨ ਸੁੱਤੀ ਰਹਿੰਦੀ ਸੀ। ਇਸ ਦੌਰਾਨ ਮੈਂ ਤੇ ਮੇਰੇ ਹਸਬੈਂਡ ਆਪਣਾ 3rd ਬੇਬੀ ਪਲਾਨ ਕਰ ਰਹੇ ਸੀ। ਜੂਨ 2023 ਦੇ ਵਿੱਚ ਮੈਂ 3rd ਵਾਰ ਪ੍ਰੈਗਨੈਂਟ ਹੋਈ। ਪ੍ਰੈਗਨੈਂਸੀ ਦੇ 2nd ਮੰਥ ਵਿੱਚ ਅਚਾਨਕ ਮੈਨੂੰ ਰਾਤ ਦੁਸ਼ਟ ਆਤਮਾ ਦਾ ਅਟੈਕ ਹੋਇਆ। ਦੁਸ਼ਟ ਆਤਮਾ ਨੇ ਜ਼ਾਹਿਰ ਹੋ ਕੇ ਬੋਲਿਆ ਕਿ ਮੈਂ ਤੇਰੇ ਬੱਚਾ ਨਹੀਂ ਹੋਣ ਦੇਵਾਂਗਾ, ਮੈਂ ਤੈਨੂੰ ਵੀ ਮਾਰ ਦੇਵਾਂਗਾ ਤੇ ਤੇਰੇ ਬੱਚੇ ਨੂੰ ਵੀ ਮਾਰ ਦੇਵਾਂਗਾ। ਫਿਰ ਮੈਂ ਸਵੇਰੇ ਜਦੋਂ ਉੱਠੀ ਮੈਨੂੰ ਅਚਾਨਕ ਪੇਟ 'ਚ ਬਹੁਤ ਜ਼ਿਆਦਾ ਦਰਦ ਹੋਈ, ਬਲੀਡਿੰਗ ਸ਼ੁਰੂ ਹੋ ਗਈ ਤੇ ਮੈਂ ਡਾਕਟਰ ਕੋਲ ਗਈ। ਡਾਕਟਰ ਨੇ ਕਿਹਾ ਕਿ ਮੇਰਾ ਮਿਸਕੈਰੇਜ ਹੋ ਚੁੱਕਾ ਹੈ। ਫਿਰ ਦਸੰਬਰ 2023 ਦੇ ਵਿੱਚ ਫਿਰ ਮੈਂ 4th ਟਾਈਮ ਪ੍ਰੈਗਨੈਂਟ ਹੋਈ। ਸੇਮ ਮੈਨੂੰ 2nd ਮੰਥ ਦੇ ਵਿੱਚ ਸੇਮ ਡ੍ਰੀਮ ਆਇਆ। ਫਿਰ ਦੁਸ਼ਟ ਆਤਮਾ ਨੇ ਮੈਨੂੰ ਸੁਪਨੇ ਦੇ ਵਿੱਚ ਆ ਕੇ ਕਿਹਾ ਕਿ ਮੈਂ ਤੇਰਾ ਬੇਬੀ ਨਹੀਂ ਹੋਣ ਦੇਵਾਂਗਾ। ਫਿਰ ਮੈਂ ਜਿਵੇਂ ਸਵੇਰੇ ਉੱਠੀ ਤੇ ਮੈਨੂੰ ਇੱਕਦਮ ਪੇਟ 'ਚ ਬਹੁਤ ਜ਼ਿਆਦਾ ਦਰਦ ਸ਼ੁਰੂ ਹੋਈ, ਮੇਰੀ ਬਲੀਡਿੰਗ ਹੋਣ ਲੱਗ ਗਈ। ਮੈਂ ਡਾਕਟਰ ਕੋਲ ਗਈ ਤੇ ਫਿਰ ਡਾਕਟਰ ਨੇ ਸੇਮ ਕਿਹਾ ਕਿ ਤੁਹਾਡਾ ਮਿਸਕੈਰੇਜ ਹੋ ਚੁੱਕਾ ਹੈ। 2nd ਮੰਥ ਦੇ ਵਿੱਚ ਫਿਰ ਮੇਰਾ ਮਿਸਕੈਰੇਜ ਹੋ ਗਿਆ। ਫਿਰ ਇਸੇ ਤਰ੍ਹਾਂ ਮੈਂ 5th ਟਾਈਮ ਮਾਰਚ 2024 ਦੇ ਵਿੱਚ ਪ੍ਰੈਗਨੈਂਟ ਹੋਈ। 2nd ਮੰਥ ਦੇ ਵਿੱਚ ਫਿਰ ਮੇਰੇ ਨਾਲ ਐਸੇ ਤਰ੍ਹਾਂ ਦੁਸ਼ਟ ਆਤਮਾ ਦਾ ਅਟੈਕ ਹੋਇਆ। ਰਾਤ ਸੁੱਤੇ ਮੈਂ ਅਚਾਨਕ ਆਪਣੇ ਪੇਟ ਤੇ ਜ਼ੋਰ ਨਾਲ ਮੁੱਕੇ ਮਾਰਨ ਲੱਗ ਗਈ। ਮੇਰੇ ਪੇਟ 'ਚ ਬਹੁਤ ਜ਼ਿਆਦਾ ਦਰਦ ਹੋਣ ਲੱਗ ਗਈ, ਜਿਹਦੇ ਨਾਲ ਮੇਰਾ ਫਿਰ 2nd ਮੰਥ ਦੇ ਵਿੱਚ ਜਿਹੜਾ ਮਿਸਕੈਰੇਜ ਹੋ ਗਿਆ। ਬਹੁਤ ਜ਼ਿਆਦਾ ਬਲੀਡਿੰਗ ਹੋਣ ਲੱਗ ਗਈ ਸੀ ਮੈਨੂੰ। 3 ਮਿਸਕੈਰੇਜ ਹੋਣ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਚਲੀ ਗਈ ਸੀ। ਇਸ ਸਮੇਂ ਦੌਰਾਨ ਮੇਰੀਆਂ ਜਿਹੜੀਆਂ ਹਰਕਤਾਂ ਸੀ ਪੂਰੇ ਪਾਗਲਾਂ ਵਾਂਗ ਹੋ ਗਈਆਂ ਸੀ। ਮੈਂ ਸਾਰਾ ਦਿਨ ਲੇਟੀ ਰਹਿੰਦੀ ਹੁੰਦੀ ਸੀ, ਕੋਈ ਘਰ ਦਾ ਕੰਮ ਨਹੀਂ ਸੀ ਕਰਦੀ ਹੁੰਦੀ। ਲੜਾਈ ਝਗੜੇ ਕਾਰਨ ਮੈਂ ਇੰਨੀ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਕਿ ਮੈਂ ਕਈ ਵਾਰ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਵਾਰ ਮੈਂ ਇਹਨਾਂ ਨਾਲ ਲੜ ਕੇ ਫਰਨਾਈਲ ਪੀ ਚੁੱਕੀ ਸੀ। ਫਿਰ ਕਈ ਵਾਰ ਮੈਂ ਆਪਣੇ ਆਪ ਨੂੰ ਜਿੱਦਾਂ ਫਾਂਸੀ ਲੈਣ ਦੀ ਕੋਸ਼ਿਸ਼ ਕੀਤੀ। ਆਪਣੇ ਦੁਪੱਟੇ ਦੇ ਨਾਲ ਗਲਾ ਬੰਨ੍ਹ ਕੇ ਮੈਂ ਪੱਖੇ ਨਾਲ ਆਪਣੇ ਆਪ ਨੂੰ ਲਮਕਾਉਣ ਦੀ ਵੀ ਬੜੀ ਵਾਰ ਕੋਸ਼ਿਸ਼ ਕੀਤੀ। ਸਾਰਾ ਦਿਨ ਮੈਂ ਮਤਲਬ ਕਿ ਇਕੱਲੇ ਰਹਿਣਾ ਪਸੰਦ ਕਰਦੀ ਹੁੰਦੀ ਸੀ। ਸ਼ੈਤਾਨ ਨੇ ਮੇਰੇ ਦਿਮਾਗ 'ਚ ਪਾਉਣਾ ਕਈ ਵਾਰ ਕਿ ਜਾਂ ਤੂੰ ਆਪਣੇ ਆਪ ਨੂੰ ਕਿਚਨ ਦੇ ਵਿੱਚ ਗੈਸ ਬੰਦ ਕਰਕੇ ਆਪਣੇ ਆਪ ਨੂੰ ਅੱਗ ਨਾ ਜਲਾ ਲਾ। ਮੈਨੂੰ ਇੱਦਾਂ ਲੱਗਦਾ ਹੁੰਦਾ ਸੀ ਕਿ ਇੱਦਾਂ ਦੀ ਜ਼ਿੰਦਗੀ ਤੋਂ ਅੱਛਾ ਕਿ ਮੈਂ ਮਰ ਜਾਵਾਂ। ਪਾਗਲਪਨ ਦੇ ਜਿਹੜੇ ਅਟੈਕ ਸੀ ਮੇਰੇ 'ਤੇ ਦਿਨੋਂ ਦਿਨ ਵੱਧਦੇ ਜਾ ਰਹੇ ਸੀ। ਕਈ ਵਾਰ ਮੈਂ ਇਹਨਾਂ ਨਾਲ ਲੜਾਈ ਝਗੜਾ ਕਰਕੇ ਸਾਰਾ ਦਿਨ ਘਰੋਂ ਬਾਹਰ ਰਹਿਣਾ, ਘਰੋਂ ਭੱਜ ਜਾਣਾ। ਕਈ ਵਾਰੀ ਮੈਨੂੰ ਬਾਹਰ ਜਾ ਕੇ ਮੈਨੂੰ ਇੱਦਾਂ ਹੋਣਾ ਕਿ ਜਿੱਦਾਂ ਕਿਸੇ ਗੱਡੀ ਥੱਲੇ ਆ ਜਾ, ਕਿਸੇ ਟ੍ਰੇਨ ਥੱਲੇ ਆ ਜਾ ਜਾਂ ਕਿਸੇ ਦਰਿਆ ਵਿੱਚ ਛਾਲ ਮਾਰ ਦੇ। ਜਦੋਂ ਮੇਰੀ ਵਾਈਫ ਨੇ ਪਾਗਲਾਂ ਵਰਗੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਸ ਸਮੇਂ ਦੌਰਾਨ ਸਾਡੇ ਘਰ ਦਾ ਮਾਹੌਲ ਬਹੁਤ ਖਰਾਬ ਸੀ। ਮੈਂ ਬੜੀ ਮੁਸ਼ਕਿਲ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ, ਆਪਣੇ ਘਰ ਨੂੰ ਸੰਭਾਲਦਾ ਸੀ, ਆਪਣੇ ਬੱਚਿਆਂ ਨੂੰ ਸੰਭਾਲਦਾ ਸੀ। ਇਹਨਾਂ ਨੂੰ ਕੋਈ ਵੀ ਸੁੱਧ ਬੁੱਧ ਨਹੀਂ ਰਹਿੰਦੀ ਤੇ ਇਹ ਹਮੇਸ਼ਾ ਹੀ ਬੈੱਡ ਤੇ ਲੇਟੇ ਰਹਿੰਦੇ ਸੀ। ਮੈਂ ਇਹ ਸੋਚਦਾ ਹੁੰਦਾ ਸੀ ਕਿ ਪਤਾ ਨਹੀਂ ਐਡੀ ਵੱਡੀ ਜ਼ਿੰਦਗੀ, ਪਹਾੜ ਜਿੱਡੀ ਜ਼ਿੰਦਗੀ ਅਸੀਂ ਕਿੱਦਾਂ ਬਤੀਤ ਕਰਾਂਗੇ। ਮੈਂ ਚਾਹੁੰਦਾ ਸੀ ਕਿ ਅਜਿਹੀ ਜ਼ਿੰਦਗੀ ਦੇ ਨਾਲ ਮੈਂ ਵੀ ਜ਼ਿੰਦਗੀ ਆਪਣੀ ਖਤਮ ਕਰ ਲਾਂ। ਮੇਰੀ ਵਾਈਫ ਦਾ ਮੇਰੇ ਨਾਲ ਇਸ ਬਹੁਤ ਜ਼ਿਆਦਾ ਲੜਾਈ ਝਗੜਾ ਰਹਿੰਦਾ ਸੀ ਤੇ ਸਾਡੀ ਇਹ ਲੜਾਈ ਝਗੜਾ ਇੰਨਾ ਵੱਧ ਗਿਆ ਸੀ ਕਿ ਅਸੀਂ ਡਾਈਵੋਰਸ ਤੱਕ ਇਹ ਗੱਲ ਚਲੇ ਗਈ ਸੀ
ਵੀ ਅਸੀਂ ਚਾਹੁੰਦੇ ਸੀ ਵੀ ਅਸੀਂ ਦੋਨੋਂ ਅਲੱਗ ਹੋ ਜਾਈਏ। ਸਾਡੇ ਦੋ ਬੱਚੇ ਵੀ ਸਨ, ਪਰ ਫਿਰ ਵੀ ਅਸੀਂ ਆਪਣੀ ਫੈਮਿਲੀ ਦੇ ਵਿੱਚ ਖੁਸ਼ ਨਹੀਂ ਸੀ। ਸਾਡੀ ਲਾਈਫ ਜੋ ਸੀ ਦੁਸ਼ਟ ਆਤਮਾਵਾਂ ਦੇ ਅਟੈਕ ਕਾਰਨ ਬਿਲਕੁਲ ਡਿਸਟਰਬ ਹੋ ਚੁੱਕੀ ਸੀ। ਫਿਰ ਇੱਕ ਦਿਨ ਮੈਂ ਆਪਣੇ ਟੇਲਰ ਕੋਲ ਗਈ, ਮੇਰੇ ਫਰੈਂਡ ਹੀ ਸੀ, ਉਹਨਾਂ ਕੋਲ ਸੂਟ ਸਟਿਚ ਕਰਵਾਉਣ ਲਈ ਗਈ। ਉਹ ਪਹਿਲਾਂ ਤੋਂ ਹੀ ਅੰਕੁਰ ਨੂਰੁਲਾ ਮਿਨਿਸਟਰੀਜ਼ ਦੇ ਨਾਲ ਜੁੜੇ ਹੋਏ ਸੀ। ਤਾਂ ਮੈਂ ਉਹਨਾਂ ਨੂੰ ਜਾ ਕੇ ਦੱਸਿਆ ਇੱਦਾਂ ਆਪਣੀ ਜੋ ਵੀ ਆਪਣੀ ਫੈਮਿਲੀ ਦੀ ਸਾਰੀ ਪ੍ਰੋਬਲਮ ਦੱਸੀ, ਆਪਣੇ ਬਾਰੇ ਸਾਰਾ ਦੱਸਿਆ ਕਿ ਮੇਰੇ ਤੇ ਇੱਦਾਂ ਦੁਸ਼ਟ ਆਤਮਾਵਾਂ ਦੇ ਅਟੈਕ ਹੁੰਦੇ ਨੇ, ਮੈਂ ਇੱਦਾਂ 4-4 5-5 ਘੰਟੇ ਖੇਲਦੀ ਰਹਿੰਦੀ ਹਾਂ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਜੀਵੀ ਚਰਚ ਅੰਕੁਰ ਨੂਰੁਲਾ ਮਿਨਿਸਟਰੀਜ਼ ਨਾਲ ਜੁੜੋ। ਫਿਰ ਉਹਨਾਂ ਨੇ ਮੈਨੂੰ ਉਸੇ ਵੇਲੇ ਪ੍ਰੇ ਟਾਵਰ ਦਾ ਨੰਬਰ ਦਿੱਤਾ। ਫਿਰ ਮੈਂ ਪ੍ਰੇ ਟਾਵਰ ਤੋਂ ਉਸੇ ਵੇਲੇ ਆਪਣੇ ਲਈ ਜਿਹੜੀ ਪ੍ਰੇ ਕਰਵਾਈ। ਮੈਨੂੰ ਉਸ ਪ੍ਰੇ ਨੂੰ ਕਰਵਾ ਕੇ ਬਹੁਤ ਅੱਛਾ ਫੀਲ ਹੋਇਆ। ਫਿਰ ਮੈਂ ਆਪਣੇ ਹਸਬੈਂਡ ਨਾਲ ਗੱਲ ਕੀਤੀ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਇੱਕ ਵਾਰੀ ਅੰਕੁਰ ਨੂਰੁਲਾ ਮਿਨਿਸਟਰੀਜ਼ ਖਾਂਬੜਾ ਜਾ ਕੇ ਜ਼ਰੂਰ ਦੇਖਣਾ ਚਾਹੀਦਾ ਹੈ, ਪਰਮੇਸ਼ਵਰ ਦੀ ਸੱਚੀ ਸ਼ਾਂਤੀ ਉੱਥੇ ਮਿਲਦੀ ਹੈ। ਫਿਰ ਅਸੀਂ ਦੋਨਾਂ ਨੇ ਅਗਸਤ 2024 ਦੇ ਵਿੱਚ ਖਾਂਬੜਾ ਆਉਣਾ ਸ਼ੁਰੂ ਕੀਤਾ। ਜਦੋਂ ਅਸੀਂ ਪਹਿਲੀ ਵਾਰੀ ਖਾਂਬੜੇ ਆਏ, ਮੈਨੂੰ ਬਹੁਤ ਵਧੀਆ ਲੱਗਾ। ਉਦੋਂ ਪ੍ਰਭੂ ਦੇ ਦਾਸ ਨੇ ਜੋ ਵੀ ਪ੍ਰੇਜ਼ ਕੀਤੀਆਂ, ਮੈਂ ਆਪਣੇ ਲਈ ਉਹਨਾਂ ਨੂੰ ਰਿਸੀਵ ਕੀਤਾ। ਫਿਰ ਮੈਂ ਜਦੋਂ ਘਰੇ ਆਪਣੇ ਵਾਪਸ ਗਈ, ਫਿਰ ਰਾਤ ਨੂੰ ਮੈਨੂੰ ਇੱਕ ਡ੍ਰੀਮ ਆਇਆ ਸੀ। ਉਸ ਡ੍ਰੀਮ ਦੇ ਵਿੱਚ ਪ੍ਰਭੂ ਦੀ ਦਾਸੀ ਨੇ ਮੈਨੂੰ ਇੱਕ ਸਵੀਟ ਦਾ ਡੱਬਾ ਦਿੱਤਾ ਸੀ, ਜਿਸ ਨੂੰ ਮੈਂ ਡ੍ਰੀਮ ਦੇ ਵਿੱਚ ਖੁਦ ਵੀ ਖਾਇਆ ਤੇ ਆਪਣੇ ਹਸਬੈਂਡ ਨੂੰ ਵੀ ਖਿਲਾਇਆ। ਫਿਰ ਜਦੋਂ ਮੈਂ ਸਵੇਰੇ ਉੱਠੀ ਤੇ ਮੈਂ ਆਪਣੇ ਹਸਬੈਂਡ ਨੂੰ ਦੱਸਿਆ, ਮੈਂ ਕਿਹਾ ਮੈਨੂੰ ਨਾ ਰਾਤੀ ਇੱਕ ਡ੍ਰੀਮ ਆਇਆ ਤੇ ਪ੍ਰਭੂ ਦੀ ਦਾਸੀ ਨੇ ਮੈਨੂੰ ਸੁਪਨੇ ਦੇ ਵਿੱਚ ਮਤਲਬ ਕਿ ਇੱਕ ਸਵੀਟ ਦਾ ਡੱਬਾ ਦਿੱਤਾ ਸੀ। ਤੇ ਮੈਨੂੰ ਲੱਗਦਾ ਕਿ ਸਾਡੀ ਲਾਈਫ ਦੇ ਵਿੱਚ ਪ੍ਰਭੂ ਨੇ, ਪਰਮੇਸ਼ਵਰ ਨੇ ਨਾ ਕੋਈ ਵਧੀਆ ਚਮਤਕਾਰ ਕੀਤਾ ਹੈ। ਤਾਂ ਫਿਰ ਮੈਂ ਚੈੱਕ ਕੀਤਾ ਤੇ ਮੈਂ ਪ੍ਰੈਗਨੈਂਟ ਸੀ। ਤੇ ਮੰਥ ਦੇ ਵਿੱਚ ਜਿਹੜਾ ਸੀ ਅਸੀਂ ਨੋਰਮਲੀ ਡਾਕਟਰ ਕੋਲ ਜਿਹੜਾ ਸੀ ਆਪਣੇ ਚੈੱਕਅਪ ਦੇ ਲਈ ਮੈਂ ਗਈ। ਤਾਂ ਉਹਨਾਂ ਨੇ ਜਿਹੜਾ ਸੀ ਬੇਬੀ ਦਾ 5th ਮੰਥ ਵਾਲਾ ਟੈਸਟ ਹੋਣਾ ਸੀ। ਤਾਂ ਉਹਨਾਂ ਨੇ ਟੈਸਟ ਵਿੱਚ ਦੱਸਿਆ ਕਿ ਬੱਚੇ ਦੀ ਜਿਹੜੀ ਦਿਮਾਗ ਤੋਂ ਲੈ ਕੇ ਰੀੜ੍ਹ ਦੀ ਹੱਡੀ ਉਹ ਡਿਵੈਲਪ ਨਹੀਂ ਹੋਈ, ਜਿਸ ਕਰਕੇ ਬੱਚੇ ਨੂੰ ਕਹਿੰਦੇ ਸੀ ਕਿ ਅੱਗੇ ਜਾ ਕੇ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਆਏਗੀ ਤੇ ਤੁਸੀਂ ਮਤਲਬ ਕਿ ਇਹ ਬੱਚਾ ਜਿਹੜਾ ਤੁਹਾਡਾ ਹੈਲਥੀ ਨਹੀਂ ਹੋਏਗਾ। ਕੁਝ ਸਮੇਂ ਲਈ ਜਿਹੜਾ ਮੇਰਾ ਮਾਹੌਲ ਸੀ ਉਹ ਟੈਨਸ਼ਨ ਵਾਲਾ ਹੋ ਗਿਆ ਸੀ, ਪਰ ਮੇਰਾ ਫੇਸ ਜੋ ਸੀ ਫਿਰ ਵੀ ਪ੍ਰਭੂ ਤੇ ਬਣਿਆ ਹੋਇਆ ਸੀ। ਮੈਂ ਆਪਣੇ ਪੇਟ ਤੇ ਜਿਹੜਾ ਅਨੌਂਟਿੰਗ ਆਇਲ ਨੂੰ ਲਗਾਤਾਰ ਯੂਜ਼ ਕਰਦੀ ਰਹੀ। ਫਿਰ ਮੈਂ ਆਪਣੇ ਲਈ ਵਚਨ ਘੋਸ਼ਿਤ ਕਰਦੀ ਰਹੀ ਕਿ ਬੱਚੇ ਯਹੋਵਾ ਦੀ ਦਿੱਤੀ ਹੋਈ ਮਿਰਾਸ ਹਨ, ਗਰਭ ਦਾ ਫਲ ਇੱਕ ਯਹੋਵਾ ਵੱਲੋਂ ਪ੍ਰਤੀਫਲ ਹੈ। ਮੈਨੂੰ ਪ੍ਰਭੂ ਦੇ ਵਚਨਾਂ ਤੇ ਪੂਰਾ ਵਿਸ਼ਵਾਸ ਸੀ ਕਿ ਪ੍ਰਭੂ ਮੇਰੀ ਜ਼ਿੰਦਗੀ ਦੇ ਵਿੱਚ ਕਦੀ ਵੀ ਕੁਝ ਗਲਤ ਨਹੀਂ ਹੋਣ ਦੇਣਗੇ। ਪ੍ਰਭੂ ਮੈਨੂੰ ਤੇ ਮੇਰੇ ਬੱਚੇ ਨੂੰ ਸੰਭਾਲ ਕੇ ਰੱਖਣਗੇ। ਫਿਰ 3 ਅਕਤੂਬਰ 2024 ਨੂੰ ਫੁੱਲ ਨਾਈਟ ਪ੍ਰੇ ਸੀ। ਮੈਂ ਉਸ ਪ੍ਰੇ ਨੂੰ ਅਟੈਂਡ ਕੀਤਾ। ਉਸ ਪ੍ਰੇ ਦੇ ਵਿੱਚ ਪ੍ਰਭੂ ਦੇ ਦਾਸ ਨੇ ਵਚਨ ਦਿੱਤਾ ਸੀ ਕਿ ਦੀਰਘ ਆਯੂ ਤੁਹਾਡਾ ਹਿੱਸਾ ਹੈ। मैं तुझे दीर्घ आयु से तृप्त करूंगा और अपने किए हुए उद्धार को दिखाऊंगा। प्रभु से कहें, प्रभु इस बीमारी के कारण ये दीर्घ आयु किसी काम की नहीं। एक बीमार और कमजोर के लिए लंबी आयु नहीं होती, अगर होती है तो किसी काम की नहीं होती। तूने कहा है कि मैं तुझे सिर्फ दीर्घ आयु ही नहीं दूंगा, बल्कि मैं सब तरफ से तुझे उद्धार दिखाऊंगा। मांगे अपने हाथों को उठा के। ਉਸ ਵਚਨ ਨੂੰ ਮੈਂ ਪੂਰੇ ਫੇਥ ਦੇ ਨਾਲ ਆਪਣੇ ਬੱਚੇ ਲਈ ਗ੍ਰਹਿਣ ਕੀਤਾ। ਫਿਰ ਉਸ ਤੋਂ ਬਾਅਦ 2 ਦਿਨ ਬਾਅਦ ਮੈਂ ਦੁਬਾਰਾ ਟੈਸਟ ਕਰਵਾਏ ਸੀ ਤੇ ਮੇਰੇ ਬੱਚੇ ਦਾ ਜੋ ਵੀ ਟੈਸਟ ਸੀ ਉਹ ਬਿਲਕੁਲ ਨਾਰਮਲ ਆਇਆ। ਮੇਰਾ ਬੱਚਾ ਪੂਰਾ ਹੈਲਥੀ ਸੀ, ਮੇਰੇ ਬੱਚੇ ਨੂੰ ਕੋਈ ਵੀ ਪ੍ਰੋਬਲਮ ਨਹੀਂ ਸੀ ਆਈ, ਮੇਰਾ ਬੱਚਾ ਬਿਲਕੁਲ ਸੇਫ ਸੀ। ਫਿਰ ਪੂਰੀ ਪ੍ਰੈਗਨੈਂਸੀ ਦੇ ਦੌਰਾਨ ਪ੍ਰਭੂ ਨੇ ਮੈਨੂੰ ਸੰਭਾਲ ਕੇ ਰੱਖਿਆ। ਫਿਰ 4 ਫਰਵਰੀ 2025 ਨੂੰ ਪ੍ਰਭੂ ਨੇ ਮੈਨੂੰ ਹੈਲਥੀ ਬੇਬੀ ਬੋਏ ਦੇ ਨਾਲ ਬਲੈਸ ਕੀਤਾ। ਜਦੋਂ ਮੇਰੇ ਹੱਥ 'ਚ ਮੈਂ ਆਪਣੇ ਬੇਟੇ ਨੂੰ ਲਿਆ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਸੀ, ਮੇਰੀ ਫੈਮਿਲੀ ਵੀ ਬਹੁਤ ਜ਼ਿਆਦਾ ਖੁਸ਼ ਸੀ। ਹੁਣ ਮੈਨੂੰ ਕੋਈ ਡਰਾਵਨੇ ਸੁਪਨੇ ਨਹੀਂ ਆਉਂਦੇ, ਕੋਈ ਦੁਸ਼ਟ ਆਤਮਾ ਦੇ ਅਟੈਕ ਨਹੀਂ ਹੁੰਦੇ, ਕੋਈ ਪਾਗਲਪਨ ਦੇ ਅਟੈਕ ਨਹੀਂ ਹੁੰਦੇ। ਹੁਣ ਮੈਂ ਆਪਣੇ ਪਰਿਵਾਰ ਨਾਲ ਪੂਰੀ ਤਰ੍ਹਾਂ ਖੁਸ਼ ਹਾਂ, ਇਸ ਸ਼ਰਮਿੰਦਗੀ ਤੋਂ ਪੂਰੀ ਤਰ੍ਹਾਂ ਆਜ਼ਾਦ ਹਾਂ। ਮੈਂ ਆਪਣੇ ਘਰ ਦੇ ਵਿੱਚ ਖਾਣਾ ਵੀ ਖੁਦ ਬਣਾਉਂਦੀ ਹਾਂ, ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਸੰਭਾਲਦੀ ਹਾਂ, ਆਪਣੇ ਬੱਚਿਆਂ ਦੇ ਨਾਲ ਘੁੰਮਣ ਫਿਰਨ ਵੀ ਜਾਂਦੀ ਹਾਂ। ਅਸੀਂ ਹਸਬੈਂਡ ਵਾਈਫ ਵੀ ਇੱਕ ਦੂਜੇ ਨਾਲ ਬਹੁਤ ਪਿਆਰ ਨਾਲ ਮਿਲ ਜੁਲ ਕੇ ਰਹਿੰਦੇ ਹਾਂ। ਹੁਣ ਮੇਰੀ ਵਾਈਫ ਨੂੰ ਕੋਈ ਵੀ ਪਾਗਲਪਨ ਦੇ ਅਟੈਕ ਨਹੀਂ ਹੁੰਦੇ ਤੇ ਅਸੀਂ ਸਾਰੇ ਰਲ ਮਿਲ ਕੇ ਬਹੁਤ ਪਿਆਰ ਦੇ ਨਾਲ ਜ਼ਿੰਦਗੀ ਬਤੀਤ ਕਰ ਰਹੇ। ਇਸ ਸਮੇਂ ਦੌਰਾਨ ਮੇਰੇ ਬੱਚੇ ਤੇ ਅਸੀਂ ਘੁੰਮਣ ਫਿਰਨ ਵੀ ਜਾਂਦੇ ਹਾਂ। ਅਸੀਂ ਬਹੁਤ ਹੀ ਹੈਪੀ ਲਾਈਫ ਬਤੀਤ ਕਰ ਰਹੇ ਹਾਂ। ਜਿਨ੍ਹਾਂ ਭੈਣਾਂ ਦੇ ਅੱਜ ਵੀ ਬੱਚਾ ਨਹੀਂ ਹੋ ਰਿਹਾ ਜਾਂ ਕੋਈ ਪ੍ਰੈਗਨੈਂਸੀ ਵਿੱਚ ਕੰਪਲਿਕੇਸ਼ਨਸ ਹੈ, ਮੈਂ ਉਹਨਾਂ ਭੈਣਾਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਜਿਸ ਤਰ੍ਹਾਂ ਪ੍ਰਭੂ ਨੇ ਮੈਨੂੰ ਪਾਗਲਪਨ ਦੇ ਅਟੈਕ ਤੋਂ ਪੂਰੀ ਤਰ੍ਹਾਂ ਆਜ਼ਾਦ ਕੀਤਾ, ਮੇਰੇ ਜੀਵਨ 'ਚੋਂ ਇਸ ਸ਼ਰਮਿੰਦਗੀ ਨੂੰ ਦੂਰ ਕੀਤਾ, ਪ੍ਰਭੂ ਤੁਹਾਡੀ ਵੀ ਸ਼ਰਮਿੰਦਗੀ ਨੂੰ ਦੂਰ ਕਰਨਗੇ।
ਇਸ ਵੱਡੇ ਛੁਟਕਾਰੇ ਤੇ ਇਸ ਵੱਡੀ ਆਸੀਸ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ, ਪ੍ਰਭੂ ਤੇ ਦਾਸ ਤੇ ਦਾਸੀ ਦਾ ਧੰਨਵਾਦ ਕਰਦੀ ਹਾਂ। ਸਭ ਨੂੰ ਜੈ ਮਸੀਹ ਦੀ। हालेलुया। जैसे कि हम जानते हैं कि हमारा परमेश्वर जीवित परमेश्वर है, वो आज भी बड़े और आश्चर्य कर्म करता है, तो एक ऐसी ही बहुत ही बड़ी गवाही को हम सुनेंगे। और इसका बॉडी से गर्दन से नीचे कोई भी हिस्सा काम नहीं कर रहा था। उसके बाद इसके सारे स्कैन करने के बाद एक बीमारी उसमें निकली जिसका नाम था GBS। डॉक्टर ने बताया ये एक ऐसी बीमारी है जिसमें बॉडी के सेल्स बॉडी के खिलाफ काम करने लग जाते हैं और इसमें जो सारी नब्सें जो है वो ब्लॉक हो जाती हैं, जिस वजह से बॉडी का कोई भी हिस्सा काम नहीं करता है। इसके साथ साथ डॉक्टर ने बताया कि जो पैरालाइज होता है उसमें बॉडी का एक हिस्सा काम करना रुक जाता है, लेकिन ये जो बीमारी है इसमें गर्दन से नीचे बॉडी का जो पूरे जो पार्ट्स हैं, पूरा जो हिस्सा है वो काम करना बंद कर जाता है। पर जब अंकुर नूला मिनिस्ट्रीज में इन्होंने लगातार आना शुरू किया, परमेश्वर ने इनकी जिंदगी में इनको चंगा किया और हर तरह की बीमारी से आजाद करके एक नया जीवन दिया। तो आइए इस भाई की इस मार्वलस टेस्टिमनी को हम देखते हैं। हालेलुया, जय मसीह की। मेरा नाम विक्रांत है और ये मेरा भाई रितेश। हम उत्तराखंड काशीपुर के रहने वाले हैं और मैं अपने जीवन की सबसे बड़ी गवाही देने जा रहा हूँ। अगस्त 2023 की बात है। मैं वॉशरूम के लिए गया। जब मैं उठने की कोशिश कर रहा था तो मुझसे उठे नहीं गया और मैं भी सोचने लग गया कि मेरे साथ ये क्या हुआ, मैं उठ क्यों नहीं पा रहा हूँ, जान तो लगा रहा हूँ तो लग क्यों नहीं रही है। उसके बाद मैंने भाई को आवाज़ मारी और जब हम वॉशरूम के पास गए तो ये धीमी आवाज़ में बोल रहा था कि नाम हमारा ले रहा था, हमें बुला रहा था। तो उसके बाद हमने दरवाजे को तोड़ा और हम अंदर गए, दोनों भाई। इसको उठाया गोद में, इसका सब वॉशरूम वगैरह सब साफ़ किया और इसे उठाया और उसके बाद हम इसे बाहर लेकर आए और इसको हमने बेड पर लेटाया और इसके बाद हमने इससे पूछा क्या हुआ है तेरे को। तो ये बताने लग गया कि इसके हाथ काम नहीं कर रहे हैं, पैर काम नहीं कर रहे हैं और इसका बॉडी से गर्दन से नीचे कोई भी हिस्सा काम नहीं कर रहा था और ये सिर्फ बोल पा रहा था और उतना भी तेज नहीं बोल पा रहा था, बहुत धीरे ये बोल पा रहा था। इसकी आंखें सिर्फ मूव कर पा रही थी, गर्दन भी इसके अच्छे से मूव नहीं हो पा रही थी। उस समय हमारे घर का पूरा माहौल जो है वो बिगड़ गया था। तो हमने उसी समय गाड़ी बुक किया और इसको हम सहारनपुर एक हॉस्पिटल में लेकर गए। सहारनपुर के प्राइवेट हॉस्पिटल में जब इसको दाखिल किया गया तो वहाँ के जितने भी डॉक्टर्स हैं वो इसका ट्रीटमेंट तो कर रहे थे, लेकिन इसकी प्रॉब्लम्स को नहीं बता पा रहे थे कि इसको एग्जैक्टली हुआ क्या है। तो उसके बाद उन्होंने लगभग 1 हफ्ते तक इसको रखा, सब कुछ ट्रीटमेंट किया, लेकिन वहाँ भी कोई असर इसकी बॉडी में नहीं दिखा। फिर उसके बाद हमने वहाँ से इसको हम रुड़की वाले हॉस्पिटल में लेकर गए। वो भी एक प्राइवेट हॉस्पिटल था और जब हम इसे वहाँ लेकर गए तो वहाँ पे भी उन्होंने भी कुछ दिनों तक इसे एडमिट किया और वहाँ पे भी असर नहीं दिखा इसकी बॉडी में। इस दौरान इसकी बॉडी का कोई भी पार्ट काम नहीं कर रहा था और फिर इसको डॉक्टर ने यूरिन बैग लगाया और साथ ही इस जो ये वॉशरूम बाथरूम था वो सब बेड पे ही करता था और परिवार वाले ही मिलकर वो सारी साफ़ सफाई करते थे। और फिर हम इसको ऋषिकेश के एक बड़े हॉस्पिटल में लेकर गए तो वहाँ भी इसको दाखिल किया गया और वहाँ भी इसका ट्रीटमेंट किया गया और वहाँ भी इसके शरीर में कोई भी परिवर्तन नहीं दिखा। ऋषिकेश हॉस्पिटल के जो डॉक्टर्स थे उन्होंने भी जवाब दे दिया था और उन्होंने भी कहा कि ये इसको आप ले जाइए। फिर उसके बाद हम इसे उठाकर चंडीगढ़ PGI हॉस्पिटल लेकर गए और उन्होंने इसकी कंडीशन को देखकर ही बोल दिया कि हम इसे एडमिट नहीं कर सकते। फिर उसके बाद हम इसको देहरादून हॉस्पिटल में लेकर गए। जब हम इसको देहरादून के बड़े हॉस्पिटल में लेकर गए तो उन्होंने इसे एडमिट कर लिया और उसके बाद इसके सारे स्कैन स्टार्ट किए। इसका CT स्कैन हुआ, MRI हुआ, इसका ब्रेन स्कैन हुआ, फुल बॉडी इसका स्कैन हुआ और उसके बाद सारे स्कैन करने के बाद एक बीमारी उसमें निकली जिसका नाम था GBS, गिरलियन बैरे सिंड्रोम। डॉक्टर ने बताया ये एक ऐसी बीमारी है जिसमें बॉडी के सेल्स बॉडी के खिलाफ काम करने लग जाते हैं और इसमें जो सारी नब्सें जो है वो ब्लॉक हो जाती हैं, जिस वजह से बॉडी का कोई भी हिस्सा काम नहीं करता है। इसके साथ साथ डॉक्टर ने बताया
कि जो पैरालाइज होता है उसमें बॉडी का एक हिस्सा काम करना रुक जाता है, या जो पैर से नीचे का, घुटनों से नीचे का हिस्सा काम करना रुक जाता है। लेकिन ये जो बीमारी है इसमें गर्दन से नीचे बॉडी का जो पूरे जो पार्ट्स हैं, पूरा जो हिस्सा है वो काम करना बंद कर जाता है। फिर इन बातों को सुनकर हमने डॉक्टर से पूछा कि इसका ट्रीटमेंट कब तक चलेगा और हम इसे कब यहाँ से ले जा सकते हैं, कब तक ठीक हो जाएगा। तो डॉक्टर ने बोला कि हम कोशिश करते हैं, यदि ये रोग ठीक हो जाए तो उन्होंने इसका ट्रीटमेंट किया लगभग 1 महीने तक, और उन्होंने कहा यदि ये ठीक हो गया तो अच्छा है, और अगर नहीं हुआ तो फिर ये ऐसे ही रहना है लाइफ टाइम इसने। और फिर उसके बाद इसका लगभग 1 महीने तक आईसीयू में रहा, इसके सारे ट्रीटमेंट्स चले, और फिर उसके बाद 1 महीने तक हमने इसकी बॉडी में कोई परिवर्तन नहीं देखा। उसके बाद हम इसे वापस घर को ले आए। तो डॉक्टर ने हमसे उससे पहले बोला था कि इसकी बॉडी जो है वो डेड हो चुकी है, लेकिन इसकी बॉडी में इसे सब कुछ महसूस होता था। तो इसी कारण डॉक्टर ने हमसे कहा था कि आप इसकी एक्सरसाइज करवाते रहिएगा, कि जिससे इसका जो महसूस करना है कहीं वो भी बंद ना हो जाए। तो हम जब इसे घर लाए, हमने इसको फिजियोथेरेपीज दी और उसके बाद इसकी एक्सरसाइज करवानी शुरू की। हम खुद ही सब करते थे, खुद ही इसके पैरों को उठाना, हाथों को उठाना और इसको उठाना, इसको खड़ा करना, मैंने और मेरे भाई ने मिलकर। इस प्रकार हम इसकी एक्सरसाइज करवाते थे, लेकिन फिर भी इसके बॉडी में कोई परिवर्तन नहीं दिखा, कोई असर नहीं दिखा। उस समय भी इसकी बॉडी काम नहीं करती थी। इस दौरान क्या हुआ कि इसके सारे पैर जो हैं, हाथ जो हैं, वो पतले होने लग गए, बहुत पतला हो गया। इसका जो पीछे जो बैकबोन है वो भी अलग से जब हम छूते थे वो हमें महसूस होती थी, और इसकी हड्डियां हमें महसूस होती थी, जिस वजह से ये बहुत ज़्यादा कमज़ोर हो गया था। इस दौरान घर के हालात बहुत बिगड़ गए थे, और जो ये अब तक का जो 1 महीने तक का जो प्रोसेस चला उसमें हमें लोन्स लेने पड़े। इसका ट्रीटमेंट कराने के लिए लगभग 4-5 लाख से ऊपर हमारा खर्चा हुआ सारे हॉस्पिटल्स में जहां हम गए थे, और जिस वजह से सभी लोग डिप्रेशन में भी थे। खासकर इसकी तबीयत को देखकर, ये जब कुछ नहीं कर पाता था, सिर्फ लेटा रहता था दिन भर, और बहुत ज़्यादा हम इसकी टेंशन लेते थे। ये खुद बहुत डिप्रेस्ड रहता था। जब मेरी ऐसी कंडीशन हो गई थी तो मैं पूरी तरह बेड पे था, और मेरे फ्रेंड मुझसे मिलने आते थे, मुझसे ये पूछते थे कि तुझे हो गया ये बीमारी कैसे, क्या हुआ है तुझे। तो मैं भी यही कहता था, भाई मुझे नहीं पता मुझे क्या हुआ ये, मैं बेड पे पड़ी हुई जिंदा लाश की तरह था। हमने 5 से भी ज़्यादा हॉस्पिटल्स में इसका ट्रीटमेंट करवाया, और जब सब जगह हम इसे लेकर गए तो इसके हालात जो थे वो बिल्कुल ठीक नहीं हो पा रहे थे, और हमने कई लाखों रुपया इसकी बीमारी के ऊपर खर्च किया, लेकिन फिर भी इसका कोई भी परिवर्तन इसके जीवन में नहीं आया, और जिस वजह से सभी लोग डिप्रेशन में थे। लेकिन जिस समय मेरे भाई की कंडीशन ऐसी थी तो मेरा और मेरे पूरे परिवार का विश्वास परमेश्वर के ऊपर था, और हम अंकुरनोला मिनिस्ट्री से जुड़े हुए थे। हम काफ़ी टेस्टिमनीज को यहाँ पहले भी देख चुके थे, परमेश्वर कितने अद्भुत कामों को करता है। काफ़ी सोराइसिस की गवाहियों को हमने देखा, और हमने देखा कि लंगड़े यहाँ चलते हैं। इनके दिमाग के ऊपर एक अटैक हुआ और पूरी बॉडी ने, टांगों ने, पेट के नीचे के हिस्से ने काम करना बंद कर दिया था। चला नहीं जाता था, ऐसे चलते थे जैसे 1 साल का बच्चा अभी लड़खड़ा के चलता, गिर जाता। लेकिन जैसे ही आज प्रेयर हुई, एकदम से बॉडी में बल आया, करंट आया, और ये भाई इमरजेंसी सेक्शन से भाग के यहाँ पर पुलपिट के ऊपर आए, और परमेश्वर ने इनको आज हील किया। तो जब हमने इन चीज़ों को हम देखते थे और हम जुड़े हुए थे, तो हमारे अंदर भी विश्वास था कि कहीं ना कहीं हमारा भाई भी ठीक हो सकता है। इस दौरान हम अंकुरनोला मिनिस्ट्री से जुड़े रहे और मीटिंग अटेंड करते रहे, और हम प्रेयर माउंटेन भी ज्वाइन करते थे। फिर साथ ही हम अपने भाई के ऊपर जो हमें चर्च से एनॉइंटिंग ऑयल मिला हुआ था, हम उसे अप्लाई करते थे, और उसके शरीर पर हम एनॉइंटिंग ऑयल लगाते थे, और हमारे भाई के आगे हम मीटिंग्स को लगा दिया करते थे कि वो सुनता रहे, और वो सारी प्रार्थनाओं को सुनता था। फिर मैंने ANM हॉस्पिटल प्रेयर लाइन पर अपने भाई की प्रेयर रिक्वेस्ट सेंड की। फिर इसके बाद 19 नवंबर 2023 को परमेश्वर के दास ने जूम ऐप के माध्यम से प्रार्थना की। तुम सब लोग जीसस क्राइस्ट के नाम में चंगे हो जाओ। अपने हाथों को उठाओ। ये वो पेशेंट्स हैं जो हॉस्पिटल में हैं, घरों में हैं, एक्स्ट्रा सीरियस। अगर मैं आपका नाम नहीं ले रहा हूं, इसका मतलब ये नहीं है मैं आपके लिए प्रेयर नहीं कर रहा हूं। आपने आज गवाहियां सुनी होंगी जिनका नाम नहीं लिया गया, लेकिन वो जूम प्रेयर लाइन में थे, हॉस्पिटल प्रेयर लाइन में थे। जब प्रभु के दास ने जूम ऐप के माध्यम से प्रेयर की तो मुझे गर्मी सी महसूस हुई, और मुझे करंट महसूस हुआ, और धीरे धीरे मेरी उंगली चलने लगी, और मेरे पैरों की उंगली भी धीरे धीरे चलने लगी। उसके बाद मैं बेड पे से उठा, और धीरे धीरे मैं चलने स्टार्ट कर दिया मैंने। अब मुझे किसी भी तरह की कोई बीमारी नहीं है, मैं चंगा हूँ,
और मैं खाना भी खा लेता हूँ खुद, और वॉशरूम पे चले जाऊँ खुद ही कपड़े पहन लेता हूँ। अब मुझे किसी के सहारे की ज़रूरत नहीं है। अब हम परिवार पूरी तरह से खुश है, और जो घर में मायूसी थी परमेश्वर ने हमें खुशियों से भर दिया है। और साथ ही इसका यूरिन बैग उतर गया। अभी वो सारे काम खुद से कर लेता है। उसकी जो अब तबीयत है वो बिल्कुल ठीक है। वो खुद से चल लेता है और खुद से खाना खा लेता है, और खुद से कपड़े पहन लेता है, खुद से बाइक चला लेता है, और खुद से कार भी चला लेता है। और लोग बहुत हैरान हो जाते हैं और हमसे पूछते हैं कि ये कैसे ठीक हुआ, इसे आप कहाँ ले गए, इसे किसने ठीक किया। और जब वो हमसे पूछते हैं कि इसे किसने ठीक किया, तो हम बताते हैं कि हमारे जिंदा परमेश्वर प्रभु यीशु मसीह ने इससे ठीक किया है। और आज परमेश्वर के कारण ही है जो ये चल पा रहा है, सारी चीजें कर पा रहा है, और इतनी बड़ी बीमारी से आज परमेश्वर ने इसे आजाद किया है। जो लोग आज भी हॉस्पिटल और बेड पे हैं, मैं उन लोगों को यही कहना चाहता हूँ, प्रभु पर विश्वास रखो। जैसे प्रभु ने मुझे ठीक किया, मुझे चंगा किया है, वैसे भी आप सभी को चंगा करेगा। मैं अपनी इस बड़ी चंगाई के लिए प्रभु का धन्यवाद करता हूँ, और प्रभु के दास दासी का भी धन्यवाद करता हूँ। सभी को जय मसीह की। हालेलुया। जैसे कि हम जानते हैं कि हमारा परमेश्वर जीवित परमेश्वर है, वो आज भी बड़े और आश्चर्य क्रम करता है, तो एक ऐसी ही बहुत ही बड़ी गवाही को हम सुनेंगे। ਫਿਰ ਇਸ ਦੇ ਨਾਲ ਹੀ ਮੈਨੂੰ ਯੂਰਿਨ ਦੇ ਦੁਆਰਾ ਬਲਕਿ ਬਲੱਡ ਆਉਣਾ ਸ਼ੁਰੂ ਹੋ ਗਿਆ। ਤੇ ਜਦੋਂ ਅਸੀਂ ਹਸਪੀਟਲ ਦੇ ਵਿੱਚ ਗਏ ਤਾਂ ਡਾਕਟਰ ਨੇ ਮੇਰੀ ਅਲਟਰਾਸਾਊਂਡ ਕੀਤੀ, ਤੇ ਅਲਟਰਾਸਾਊਂਡ ਕਰਕੇ ਉਹਨਾਂ ਨੇ ਮੇਰੀ ਮੰਮਾ ਨੂੰ ਦੱਸਿਆ ਕਿ ਤੁਹਾਡੇ ਬੇਟੇ ਦੇ ਲੀਵਰ ਬਿਲਕੁਲ ਡੈਮੇਜ ਹੋ ਚੁੱਕਾ ਆ, ਔਰ ਉਹ ਲੀਵਰ ਲੰਗਸ ਦੇ ਨਾਲ ਚਿਪਕ ਚੁੱਕਾ ਆ। जब डॉक्टर ने दसा भी ਇਹਦਾ ਲੀਵਰ ਸੁੱਕ ਗਿਆ ਤੇ ਮੈਂ ਡਰ ਗਈ। मैं क्या साडा तो कोई और है नहीं, तो स्वास्थ्य ਇਹਦੇ ਸਿਰ ਤੇ ਹੀ है। पर जब अंकुर नूला मिनिस्ट्रीज में इन्होंने लगातार आना शुरू किया, परमेश्वर ने इनकी जिंदगी में इनको चंगा किया और हर तरह की बीमारी से आजाद करके एक नया जीवन दिया। तो आइए इस भाई की इस मार्वलस टेस्टमनी को हम देखते हैं। ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਰਾਹੁਲ ਹੈ, ਇਹ ਮੇਰੀ ਮਦਰ ਨੇ, ਇਹਨਾਂ ਦਾ ਨਾਮ ਮਧੂਬਾਲਾ ਆ। ਅਸੀਂ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਹਾਂ। ਅੱਜ ਮੈਂ ਆਪਣੇ ਜੀਵਨ ਦੀ ਸਭ ਤੋਂ ਵੱਡੀ ਗਵਾਹੀ ਦੇਣ ਜਾ ਰਿਹਾ ਹਾਂ। ਮਈ 2021 ਦੀ ਗੱਲ ਆ, ਮੈਂ ਅਚਾਨਕ ਹੀ ਬਿਮਾਰ ਰਹਿਣਾ ਸਟਾਰਟ ਹੋ ਗਿਆ, ਔਰ ਮੇਰੇ ਪੇਟ 'ਚ ਬਹੁਤ ਹੀ ਜ਼ਿਆਦਾ ਦਰਦ ਹੁੰਦੀ ਸੀਗੀ। ਜਦੋਂ ਮੈਂ ਡਾਕਟਰ ਦੇ ਕੋਲ ਜਾਂਦਾ ਸੀ ਤਾਂ ਡਾਕਟਰ ਮੈਨੂੰ ਚੈੱਕ ਕਰਕੇ ਮੈਡੀਸਿਨ ਦੇ ਦਿੰਦੇ ਸੀਗੇ, ਅਤੇ ਮੈਂ ਜਦੋਂ ਘਰ ਵਾਪਸ ਆਉਣਾ ਸੀਗਾ ਤਾਂ ਮੈਡੀਸਿਨ ਖਾਣਾ ਸੀਗਾ, ਅਤੇ ਜਿੰਨੀ ਦੇਰ ਤੱਕ ਮੈਂ ਮੈਡੀਸਿਨ ਖਾਣਾ ਸੀਗਾ ਸਿਰਫ ਉਨੀ ਦੇਰ ਤੱਕ ਹੀ ਮੈਨੂੰ ਆਰਾਮ ਲੱਗਦਾ ਸੀਗਾ। ਬਾਅਦ 'ਚ ਫਿਰ ਮੇਰੇ ਪੇਟ 'ਚ ਦਰਦ ਰਹਿਣਾ ਸਟਾਰਟ, ਫੀਵਰ ਰਹਿਣਾ ਸਟਾਰਟ ਰਹਿੰਦਾ ਸੀਗਾ। ਜਦੋਂ ਵੀ ਮੈਂ ਤੁਰਦਾ ਸੀਗਾ ਤਾਂ ਮੈਂ ਨੀਚੇ ਗਿਰ ਜਾਂਦਾ ਸੀਗਾ, ਕਿਉਂਕਿ ਮੈਨੂੰ ਕਮਜ਼ੋਰੀ ਬਹੁਤ ਹੀ ਜ਼ਿਆਦਾ ਹੋ ਗਈ ਸੀਗੀ। ਭੁੱਖ ਲੱਗਣੀ ਬਿਲਕੁਲ ਹੀ ਬੰਦ ਹੋ ਗਈ ਸੀ। ਜੋ ਵੀ ਕੁਛ ਮੈਂ ਖਾਣਾ ਸੀਗਾ ਔਰ ਮੇਰਾ ਵੋਮਿਟਿੰਗ ਦਾ ਇਹ ਬਾਹਰ ਆ ਜਾਂਦਾ ਸੀਗਾ। ਫਿਰ ਇਸੇ ਤਰ੍ਹਾਂ ਮੈਂ ਲੋਕਲ ਡਾਕਟਰ ਦੇ ਕੋਲ ਮੈਡੀਸਿਨ ਖਾ ਰਿਹਾ ਸੀਗਾ, ਪਰ ਮੈਨੂੰ ਕੋਈ ਵੀ ਉਸ ਮੈਡੀਸਿਨ ਦੇ ਨਾਲ ਆਰਾਮ ਨਹੀਂ ਸੀ ਲੱਗਦਾ। ਇਸ ਵਜ੍ਹਾ ਕਰਕੇ ਮੈਂ ਡਾਕਟਰ ਨੂੰ ਚੇਂਜ ਕਰਨਾ ਸ਼ੁਰੂ ਕਰਤਾ। ਕਦੇ ਕਿਸੇ ਡਾਕਟਰ ਦੇ ਕੋਲ ਚਲਾ ਗਿਆ, ਕਦੇ ਕਿਸੇ ਕੋਲ ਚਲ ਗਿਆ, ਪਰ ਮੈਨੂੰ ਕਿਤੋਂ ਵੀ ਆਰਾਮ ਨਹੀਂ ਲੱਗਦਾ ਸੀਗਾ। ਇਸ ਵਜ੍ਹਾ ਕਰਕੇ ਘੱਟੋ ਘੱਟ ਮੈਂ 15-16 ਡਾਕਟਰ ਨੂੰ ਚੇਂਜ ਕਰ ਚੁੱਕਾ ਸੀਗਾ। ਸਟੱਡੀ ਦੇ ਨਾਲ ਨਾਲ ਮੈਂ ਜੋਬ ਵੀ ਕਰਦਾ ਸੀਗਾ, ਔਰ ਜਦੋਂ ਮੈਂ ਜੋਬ 'ਤੇ ਜਾਣਾ ਸੀਗਾ ਤਾਂ ਉੱਥੇ ਵੀ ਮੈਂ ਚੱਕਰ ਖਾ ਕੇ ਡਿੱਗ ਜਾਣਾ, ਕਦੇ ਕਿਤੇ ਡਿੱਗ ਜਾਣਾ, ਕਦੇ ਕਿਤੇ ਡਿੱਗ ਜਾਣਾ। ਅਤੇ ਉਹਨਾਂ ਨੇ ਵੀ ਮੈਨੂੰ ਇਹੀ ਕਹਿਣਾ ਕਿ ਜਾਂ ਤਾਂ ਕੰਮ ਕਰ ਲਓ ਤੁਸੀਂ, ਜਾਂ ਤਾਂ ਬਲਕਿ ਘਰੇ ਚਲ ਜਾਓ, ਜਦੋਂ ਦੇਖੋ ਤੁਸੀਂ ਬਿਮਾਰ ਹੀ ਰਹਿੰਦੇ ਹੋ। ਫਿਰ ਇਸ ਦੇ ਨਾਲ ਹੀ ਮੈਨੂੰ ਯੂਰਿਨ ਦੇ ਦੁਆਰਾ ਬਲਕਿ ਬਲੱਡ ਆਉਣਾ ਸ਼ੁਰੂ ਹੋ ਗਿਆ, ਔਰ ਮੈਂ ਬਹੁਤ ਜ਼ਿਆਦਾ ਘਬਰਾ ਗਿਆ ਸੀਗਾ। ਫਿਰ ਜਦੋਂ ਯੂਰਿਨ ਦੇ ਦੁਆਰਾ ਬਲੱਡ ਬਾਹਰ ਆਉਂਦਾ ਸੀਗਾ ਅਤੇ ਮੈਨੂੰ ਬਲੱਡ ਦੀ ਕਮੀ ਰਹਿਣੀ ਵੀ ਸਟਾਰਟ ਹੋ ਗਈ, ਕਿਉਂਕਿ ਬਲੱਡ ਮੇਰੇ 'ਚ ਬਿਲਕੁਲ ਹੀ ਖਤਮ ਹੋ ਗਿਆ ਸੀਗਾ। 6-7 ਗ੍ਰਾਮ ਰਹਿ ਗਿਆ ਸੀਗਾ ਸਿਰਫ ਮੇਰੇ 'ਚ ਬਲੱਡ। ਫਿਰ ਇਹ ਗੱਲ ਮੈਂ ਆਪਣੀ ਮੰਮਾ ਨਾਲ ਸ਼ੇਅਰ ਕੀਤੀ, ਔਰ ਮੰਮਾ ਮੈਨੂੰ ਇੱਕ ਜਲੰਧਰ ਦੇ ਵੱਡੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੈ ਕੇ ਗਏ। ਅਤੇ ਜਦੋਂ ਅਸੀਂ ਹਸਪੀਟਲ ਦੇ ਵਿੱਚ ਗਏ ਤਾਂ ਡਾਕਟਰ ਨੇ ਮੇਰੀ ਅਲਟਰਾਸਾਊਂਡ ਕੀਤੀ। ਫਿਰ ਜਦੋਂ ਡਾਕਟਰਸ ਨੇ ਮੇਰੀ ਅਲਟਰਾਸਾਊਂਡ ਕੀਤੀਆਂ ਅਤੇ ਅਲਟਰਾਸਾਊਂਡ ਕਰਕੇ ਉਹਨਾਂ ਨੇ ਮੇਰੀ ਮੰਮਾ ਨੂੰ ਦੱਸਿਆ ਕਿ ਤੁਹਾਡੇ ਬੇਟੇ ਦੇ ਲੀਵਰ ਬਿਲਕੁਲ ਡੈਮੇਜ ਹੋ ਚੁੱਕਾ ਆ, ਔਰ ਉਹ ਲੀਵਰ ਲੰਗਸ ਦੇ ਨਾਲ ਚਿਪਕ ਚੁੱਕਾ ਆ। ਜਦ ਡਾਕਟਰਾਂ ਨੇ ਦੱਸਿਆ ਵੀ ਇਹਦਾ ਲੀਵਰ ਸੁੱਕ ਗਿਆ ਤੇ ਮੈਂ ਡਰ ਗਈ। ਮੈਂ ਕਿਹਾ ਸਾਡਾ ਤਾਂ ਕੋਈ ਹੋਰ ਹੈ ਨਹੀਂ, ਇਹਦੇ ਤਾਂ ਸਵਾਸ ਇਹਦੇ ਸਿਰ 'ਤੇ ਹੀ ਆ। ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਇਹਦਾ ਇਲਾਜ ਚਾਲੂ ਕਰੋ, ਮੇਰਾ ਬੱਚਾ ਬਚਣਾ ਚਾਹੀਦਾ ਹੈ। ਫਿਰ ਇਹਨੂੰ 10 ਕੁ ਦਿਨ ਰੱਖਿਆ ਅਤੇ ਫਿਰ ਟੀਕੇ ਟੂਕੇ ਲੱਗਦੇ ਰਹੇ, ਗਲੂਕੋਸ਼ ਵੀ ਲੱਗਦਾ ਰਿਹਾ। ਫਿਰ ਉਹਨਾਂ ਨੇ ਬਾਅਦ 'ਚ ਸਾਨੂੰ ਛੁੱਟੀ ਦੇ ਦਿੱਤੀ। ਅਸੀਂ ਜਦੋਂ ਹਸਪੀਟਲ ਤੋਂ ਆਏ ਅਤੇ ਫਿਰ ਇਹ ਬਿਮਾਰ ਰਹਿਣਾ ਪਿਆ, ਅਤੇ ਮੈਂ ਇਕੱਲੀ ਕੰਮ ਕਰਨ ਵਾਲੀ ਸੀ ਘਰੇ, ਮੇਰੀ ਬੇਟੀ ਵੀ ਪੜ੍ਹਦੀ ਸੀਗੀ। ਮੈਂ ਸੋਚਦੀ ਮੈਂ ਕਿਹੜੇ ਹਸਪੀਟਲ 'ਚ ਇਹਨੂੰ ਕਿੱਥੇ ਲੈ ਕੇ ਜਾਵਾਂ, ਮੇਰੇ ਕੋਲ ਇੰਨੇ ਪੈਸੇ ਵੀ ਨਹੀਂ ਹੈਗੇ ਵੀ
ਕਿ ਮੈਨੂੰ ਕੋਈ ਹੋਰ ਜ਼ਿਆਦਾ ਵੱਡੇ ਹਸਪੀਟਲ 'ਚ ਚੱਲ ਜਾਂ ਹੋਰ ਕਿਤੇ ਸ਼ਹਿਰ 'ਚ ਲੈ ਕੇ ਜਾਵਾਂ ਇਹਨੂੰ। ਜਦੋਂ ਇਹਦੀ ਹਾਲਤ ਜ਼ਿਆਦਾ ਖਰਾਬ ਹੋ ਜਾਂਦੀ ਫਿਰ ਮੈਂ ਜਲੰਧਰ ਕਦੀ ਕਿਸੇ ਹਸਪੀਟਲ 'ਚ ਲੈ ਕੇ ਜਾਂਦੀ, ਕਦੀ ਕਿਸੇ ਲੈ ਕੇ ਜਾਂਦੀ। ਉੱਥੇ ਵੀ ਦਾਖਲ ਕਰ ਲੈਂਦੇ, 4-4 5-5 ਦਿਨ ਰੱਖ ਲੈਂਦੇ ਸੀਗੇ, ਉੱਥੇ ਵੀ ਦਵਾਈ ਦਿੰਦੇ ਸੀਗੇ, ਪਰ ਕੋਈ ਆਰਾਮ ਨਹੀਂ ਸੀ ਲੱਗਦਾ ਹੈਗਾ ਵੀ। ਲੋਕੀ ਇਹਨੇ ਜੇ ਦੇ ਕਹਿੰਦੇ ਤੁਸੀਂ ਇਹਦਾ ਇਲਾਜ ਕਿਉਂ ਨਹੀਂ ਕਰਾਉਂਦੇ ਹੈਗੇ ਵੀ, ਪਰ ਮੈਂ ਕਿਹਾ ਮੈਂ ਬਹੁਤ ਹਸਪੀਟਲ 'ਚ ਲੈ ਕੇ ਗਈ ਹਾਂ ਪਰ ਆਰਾਮ ਨਹੀਂ ਲੱਗਦਾ। ਕਦੇ ਉਹਨਾਂ ਕਹਿਣਾ ਇਹਨੂੰ ਕਿਤੇ ਦਿਖੂ ਦਿਓ, ਕਿਤੇ ਜਾਓ ਜਗ੍ਹਾ ਕਿਤੇ ਲੈ ਕੇ ਜਾਓ। ਮੈਂ ਕਿਹਾ ਅਸੀਂ ਕਿਸੇ ਜਗ੍ਹਾ ਤੇ ਨਹੀਂ ਲੈ ਕੇ ਜਾਣਾ ਹੈਗਾ ਵੀ। ਮੈਂ ਕਿਹਾ ਕੋਈ ਨਹੀਂ, ਅਸੀਂ ਹਸਪੀਟਲ ਜਾਂਦੇ ਪਏ ਦਵਾਈ ਕਰਾਉਂਦੇ ਆ। ਫਿਰ ਇਸ ਦੇ ਦੌਰਾਨ ਮੇਰੇ ਮਦਰ ਮੈਨੂੰ ਅਲੱਗ-ਅਲੱਗ ਹਸਪੀਟਲ ਦੇ ਵਿੱਚ ਲੈ ਕੇ ਜਾਂਦੇ ਸੀਗੇ ਤੇ ਜਦੋਂ ਮੈਂ ਹਸਪੀਟਲ ਜਾਂਦਾ ਸੀਗਾ ਤੇ ਉਹ ਮੈਨੂੰ ਐਡਮਿਟ ਕਰ ਲੈਂਦੇ ਸੀਗੇ। 4-4 5-5 ਦਿਨ ਮੈਂ ਐਡਮਿਟ ਰਹਿਣਾ ਸੀਗਾ ਹਸਪੀਟਲ ਤੇ ਮੈਡੀਸਿਨ ਦੇ ਕੇ ਬਾਅਦ 'ਚ ਮੈਨੂੰ ਘਰੇ ਭੇਜ ਦਿੰਦੇ ਸੀਗੇ ਤੇ ਕੋਈ ਵੀ ਮੈਨੂੰ ਆਰਾਮ ਨਹੀਂ ਸੀ ਲੱਗਦਾ। ਜਦੋਂ ਮੈਂ ਹਸਪੀਟਲ ਰਹਿਣਾ ਸੀਗਾ ਜਾਂ ਮੈਂ ਮੈਡੀਸਿਨ ਖਾਣਾ ਸੀਗਾ ਉਦੋਂ ਮੇਰੀ ਸਿਹਤ ਸਹੀ ਰਹਿੰਦੀ ਸੀਗੀ। ਜਦੋਂ ਮੈਂ ਘਰੇ ਆ ਜਾਣਾ ਸੀਗਾ ਮੈਨੂੰ ਫਿਰ ਉਹੀ ਪ੍ਰੋਬਲਮ ਰਹਿਣੀ ਸਟਾਰਟ ਹੋ ਗਈ। ਕਦੀ ਮੇਰੇ ਪੇਟ 'ਚ ਦਰਦ ਰਹਿਣਾ ਸ਼ੁਰੂ ਹੋ ਗਿਆ, ਕਦੇ ਮੈਨੂੰ ਟਾਈਫਾਇਡ ਫੀਵਰ ਹੋ ਗਿਆ, ਕਦੇ ਕੁਛ, ਬਲਕਿ ਕੋਈ ਵੀ ਮੇਰੀ ਲਾਈਫ 'ਚ ਸੁਧਾਰ ਨਹੀਂ ਸੀ ਆ ਰਿਹਾ। ਇਸ ਵਜ੍ਹਾ ਕਰਕੇ ਮੈਂ ਕਾਫੀ ਬਲਕਿ ਹਸਪੀਟਲ ਚੇਂਜ ਕਰ ਚੁੱਕਾ ਸੀਗਾ। ਇਸ ਵਜ੍ਹਾ ਕਰਕੇ ਮੈਨੂੰ ਖਾਣਾ ਵਗੈਰਾ ਵੀ ਨਹੀਂ ਸੀ ਪਚਦਾ, ਨਾ ਮੈਂ ਕੁਝ ਹੈਵੀ ਚੀਜ਼ ਖਾ ਸਕਦਾ ਸੀਗਾ, ਨਾ ਮੈਂ ਕੁਛ, ਬਲਕਿ ਜੋ ਕੁਛ ਵੀ ਮੈਂ ਨੋਰਮਲ ਚੀਜ਼ ਖਾਣਾ ਸੀਗਾ ਉਹ ਵੀ ਵੋਮਿਟਿੰਗ ਸਾਰੇ ਬਾਹਰ ਆ ਜਾਂਦੀ ਸੀਗੀ। ਤੇ ਜਦੋਂ ਮੈਂ ਬਾਥਰੂਮ ਵਗੈਰਾ ਜਾਂ ਟੋਇਲਟ ਵਗੈਰਾ ਜਾਂਦਾ ਸੀਗਾ ਤੇ ਬਲਕਿ ਕਿਸੇ ਦੇ ਸਹਾਰਾ ਲੈ ਕੇ ਜਾਣਾ ਸੀਗਾ ਕਿ ਲੱਤਾਂ 'ਚ ਮੇਰੇ ਬਹੁਤ ਜ਼ਿਆਦਾ ਪੇਨ ਹੁੰਦੀ ਸੀਗੀ, ਮੈਂ ਤੁਰ ਫਿਰ ਵੀ ਨਹੀਂ ਸਕਦਾ ਸੀਗਾ। ਬਲਕਿ ਮੈਂ ਖੁਦ ਆਪਣੀ ਲਾਈਫ 'ਚ ਬਹੁਤ ਜ਼ਿਆਦਾ ਬਲਕਿ ਡਿਸਟਰਬ ਹੋ ਗਿਆ ਸੀਗਾ। ਤੇ ਜਿੱਦਾਂ ਮੈਂ ਡਾਕਟਰ ਚੇਂਜ ਕਰਦਾ ਸੀਗਾ ਤਾਂ ਮੈਨੂੰ ਲੱਗਦਾ ਨਹੀਂ ਸੀਗਾ ਕਿ ਹਾਂ ਮੈਂ ਬਚਣਾ ਵਾ, ਜਾਂ ਬਲਕਿ ਮੇਰੇ ਨਾ ਮਾਈਂਡ 'ਚ ਗਲਤ ਖਿਆਲ ਆਉਂਦੇ ਸੀਗੇ ਕਿ ਹਾਂ ਕਿਤੇ ਮੈਨੂੰ ਕੁਛ ਹੋ ਨਾ ਜਾਵੇ ਜਾਂ ਮੇਰੀ ਡੈਥ ਵਗੈਰਾ ਨਾ ਹੋ ਜਾਏ, ਮੇਰੇ ਮਦਰ ਨੂੰ ਕੌਣ ਦੇਖੂਗਾ। ਬਲਕਿ ਮੇਰੇ ਮਦਰ ਦਾ ਕੋਈ ਹੈ ਵੀ ਨਹੀਂ ਹੈਗਾ, ਸਿਰਫ ਮੈਂ ਹੀ ਹਾਂ। ਅਗਰ ਮੈਨੂੰ ਕੁਛ ਹੋ ਗਿਆ ਤੇ ਉਹ ਕੀ ਕਰਨਗੇ, ਉਹ ਮੇਰੇ ਪਿੱਛੋਂ ਕੀ ਕਰਨਗੇ। ਬਲਕਿ ਇੱਦਾਂ ਦੇ ਗਲਤ ਖਿਆਲ ਮੇਰੇ ਬਹੁਤ ਮਾਈਂਡ ਦੇ ਵਿੱਚ ਆਉਂਦੇ ਸੀਗੇ। ਬਲਕਿ ਇਸ ਵਜ੍ਹਾ ਕਰਕੇ ਨਾ ਮੇਰੀ ਸਟੱਡੀ ਵਗੈਰਾ ਵੀ ਵਿੱਚ ਰਹਿ ਗਈ ਸੀਗੀ, ਜੋਬ ਵੀ ਵਿੱਚ ਰਹਿ ਗਈ ਸੀਗੀ। ਬਲਕਿ ਮੈਂ ਬਹੁਤ ਕੁਝ ਸੋਚਦਾ ਸੀਗਾ ਕਿ ਅੱਗੇ ਲਾਈਫ ਮੇਰੀ ਹਲੇ ਬਲਕਿ ਬਹੁਤ ਲਾਈਫ ਪਈ ਆ ਔਰ ਇਹ ਛੋਟੀ ਜਿਹੀ ਉਮਰ ਦੇ ਵਿੱਚ ਮੈਨੂੰ ਇੰਨਾ ਵੱਡਾ ਰੋਗ ਲੱਗ ਗਿਆ, ਪਤਾ ਨਹੀਂ ਮੈਂ ਠੀਕ ਹੋਊਂਗਾ ਜਾਂ ਨਹੀਂ। ਮੈਂ ਸਿਰਫ ਮੈਡੀਸਿਨ ਦੇ ਸਹਾਰੇ ਜੀ ਪਾ ਰਿਹਾ ਸੀਗਾ ਜਾਂ ਜੋ ਮੈਂ ਲਿਕੁਇਡ ਪੀਣਾ ਸੀਗਾ ਸਿਰਫ ਉਹਦੇ ਸਹਾਰੇ ਮੈਂ ਜੀ ਪਾ ਰਿਹਾ ਸੀਗਾ। ਇਸ ਦੇ ਨਾਲ ਨਾਲ ਮੇਰਾ weight 45 ਸੀਗਾ ਪਹਿਲਾਂ ਔਰ ਇਸ ਵਜ੍ਹਾ ਕਰਕੇ 32-35 ਤੱਕ ਰਹਿ ਗਿਆ ਸੀਗਾ। ਬਲਕਿ ਬਹੁਤ ਹੀ ਜ਼ਿਆਦਾ ਵੀਕਨੈਸ ਹੋ ਗਈ ਸੀਗੀ ਮੈਨੂੰ ਉਸ ਟਾਈਮ, ਕਿਉਂਕਿ ਬਲੱਡ ਮੇਰੇ ਸਰੀਰ 'ਚ ਹੈ ਨਹੀਂ ਸੀਗਾ। ਜਿੰਨਾ ਬਲੱਡ ਸੀਗਾ ਉਹ ਸਾਰਾ ਯੂਰੀਨ ਦੇ ਰਾਹੀਂ ਬਾਹਰ ਆ ਗਿਆ ਸੀਗਾ। ਪਰ ਇਸ ਦੇ ਦੌਰਾਨ ਮੇਰੇ ਮਦਰ ਦਾ ਭਰੋਸਾ ਪ੍ਰਭੂ ਯਿਸੂ ਮਸੀਹ 'ਤੇ ਸੀ। ਇਹ ਪਹਿਲਾਂ ਤੋਂ ਹੀ ਅੰਕੁਰਨੂਲਾ ਮਨਿਸਟਰੀ ਦੇ ਨਾਲ ਜੁੜੇ ਹੋਏ ਸੀਗੇ। ਉਸ ਬਿਮਾਰੀ ਦੇ ਹਾਲਤ 'ਚ ਵੀ ਅਸੀਂ ਖਾਮਰਾ ਚਰਚ ਦੇ ਵਿੱਚ ਆਉਂਦੇ ਰਹੇ ਔਰ ਮੀਟਿੰਗਸ ਨੂੰ ਅਟੈਂਡ ਕਰਦੇ ਰਹੇ। ਫਿਰ ਇੱਕ ਦਿਨ ਮੈਂ ਤੇ ਮੇਰੇ ਮੰਮਾ ਮੰਗਲਵਾਰ ਖਾਮਰਾ ਚਰਚ ਦੇ ਵਿੱਚ ਕਾਉਂਸਲਿੰਗ ਟੀਮ ਨੂੰ ਮਿਲੇ ਤੇ ਮੈਂ ਆਪਣੀ ਸਾਰੀ ਗੱਲ ਕਾਉਂਸਲਿੰਗ ਟੀਮ ਦੇ ਨਾਲ ਸ਼ੇਅਰ ਕੀਤੀ, ਆਪਣਾ ਕੇਸ ਸ਼ੇਅਰ ਕੀਤਾ ਤੇ ਔਰ ਉਹਨਾਂ ਨੇ ਮੇਰਾ ਕੇਸ ਪਰਮੇਸ਼ਵਰ ਦੇ ਦਾਸ ਤੱਕ ਪਹੁੰਚਾਇਆ। ਫਿਰ 3 ਨਵੰਬਰ 2024 ਨੂੰ ਮੈਂ ਪਰਮੇਸ਼ਵਰ ਦੇ ਦਾਸ ਨੂੰ ਮਿਲਿਆ। ਫਿਰ ਪਰਮੇਸ਼ਵਰ ਦੇ ਦਾਸ ਨੇ ਮੇਰਾ ਕੇਸ ਸੁਣਿਆ ਤੇ ਉਹਨਾਂ ਨੇ ਮੈਨੂੰ ਇਨਸਟਰਕਸ਼ਨਸ ਦਿੱਤੀਆਂ ਤੇ ਉਹਨਾਂ ਨੇ ਮੈਨੂੰ ਪ੍ਰੋਫੈਟਿਕ ਵਰਡ ਦਿੱਤੇ ਕਿ ਤੂੰ 3 ਮੰਥ ਦੇ ਅੰਦਰ ਹੀਲ ਹੋਏਗਾ ਔਰ ਤੇਰੀਆਂ ਰਿਪੋਰਟਸ ਨੋਰਮਲ ਆਉਣਗੀਆਂ। ਫਿਰ ਉਸ ਤੋਂ ਬਾਅਦ ਜੋ ਪ੍ਰਭੂ ਦੇ ਦਾਸ ਨੇ ਮੈਨੂੰ ਇਨਸਟਰਕਸ਼ਨਸ ਦਿੱਤੀਆਂ ਸੀਗੀਆਂ ਉਹਨਾਂ ਨੂੰ ਮੈਂ ਰੈਗੂਲਰ ਫੋਲੋ ਕਰਦਾ ਰਿਹਾ। ਅਨੋਇੰਟਿੰਗ ਹੈਂਕੀ ਔਰ ਅਨੋਇੰਟਿੰਗ ਆਇਲ ਆਪਣੇ ਬੋਡੀ 'ਤੇ ਡੇਲੀ ਅਪਲਾਈ ਕਰਦਾ ਰਿਹਾ। ਫਿਰ ਇਸ ਦੇ ਦੌਰਾਨ ਪਰਮੇਸ਼ਰ ਨੇ ਮੇਰੀ ਲਾਈਫ 'ਚ ਅਦਭੁਤ ਕੰਮ ਕੀਤਾ ਤੇ ਮੇਰੀ 3 ਮੰਥ ਦੇ ਅੰਦਰ ਰਿਕਵਰੀ ਹੋ ਗਈ ਸੀਗੀ ਸਰੀਰ ਦੀ ਪੂਰੀ। ਤੇ ਜੋ ਵੀ ਕੁਝ ਮੈਂ ਖਾਣਾ ਸੀਗਾ ਮੈਨੂੰ ਇੱਦਾਂ ਲੱਗਦਾ ਸੀਗਾ ਕਿ ਹਾਂ ਮੈਨੂੰ ਪਚਦਾ ਆ। ਫਿਰ 3 ਮੰਥ ਦੇ ਬਾਅਦ ਜਦੋਂ ਮੈਂ ਆਪਣੀ ਰਿਪੋਰਟਾਂ ਕਰਵਾਈਆਂ ਤੇ ਰਿਪੋਰਟਸ ਮੇਰੀਆਂ ਸਾਰੀਆਂ ਨੋਰਮਲ ਆਈਆਂ ਸੀਗੀਆਂ ਔਰ ਡਾਕਟਰ ਇੰਨੇ ਹੈਰਾਨ ਸੀ ਨਾ ਕਿ ਇਹ ਰਿਪੋਰਟਸ ਨੋਰਮਲ ਆ ਕਿੱਦਾਂ ਗਈਆਂ। ਤੇ ਡਾਕਟਰ ਮੈਨੂੰ ਕਹਿੰਦੇ ਤੂੰ ਮੈਡੀਸਿਨ ਖਾਧੀ ਆ, ਕੋਈ ਕੋਰਸ ਕੀਤਾ ਕੰਪਲੀਟ? ਤੇ ਮੈਂ ਕਿਹਾ ਨਹੀਂ, ਮੈਂ ਕੁਛ ਵੀ ਨਹੀਂ ਇੱਦਾਂ ਦਾ ਮੈਡੀਸਿਨ ਨਹੀਂ ਖਾਧੀ ਹੈਗੀ। ਤੇ ਕਹਿੰਦੇ ਰਿਪੋਰਟਸ ਆ ਨੋਰਮਲ ਕਿੱਦਾਂ ਗਈਆਂ? ਤੇ ਮੈਂ ਕਿਹਾ ਮੈਨੂੰ ਨਹੀਂ ਇਸ ਚੀਜ਼ ਬਾਰੇ ਕੁਝ ਪਤਾ। ਤੇ ਉਹਨਾਂ ਨੇ ਨਾ ਦੁਬਾਰਾ ਫਿਰ ਮੇਰੀ ਅਲਟਰਾਸਾਊਂਡ ਕੀਤੀ ਆਪਣਾ ਸ਼ੱਕ ਦੂਰ ਕਰਨ ਦੇ ਲਈ। ਤੇ ਮੈਂ ਕਿਹਾ ਚਲੋ ਕਰ ਲਓ ਕੋਈ ਗੱਲ ਨਹੀਂ। ਤੇ ਜਦੋਂ ਉਹਨਾਂ ਨੇ ਦੁਬਾਰਾ ਰਿਪੋਰਟਸ ਮੇਰੀਆਂ ਬਲਕਿ ਰਿਪੋਰਟ ਕੀਤੀਆਂ ਉਹ ਫਿਰ ਨੋਰਮਲ ਆਈ ਰਿਪੋਰਟ ਮੇਰੀ। ਤੇ ਡਾਕਟਰ ਮੈਨੂੰ ਕਹਿੰਦੇ ਸ਼ਾਇਦ ਮਸ਼ੀਨ 'ਚ ਕੋਈ ਪ੍ਰੋਬਲਮ ਆ ਤੇ ਤੂੰ ਬਾਅਦ 'ਚੋਂ ਆਈ। ਤੇ ਮੈਂ ਕਿਹਾ ਚਲੋ ਠੀਕ ਹੈ ਮੈਂ ਬਾਅਦ 'ਚ ਆਏਗਾ। ਤੇ ਮੈਂ ਨਾ ਆਪਣਾ ਸ਼ੱਕ ਦੂਰ ਕਰਨ ਦੇ ਲਈ ਨਾ ਕਿਸੇ ਹੋਰ ਹਸਪੀਟਲ ਦੇ ਅੰਦਰ ਗਿਆ ਤੇ ਜਦੋਂ ਉੱਥੋਂ ਰਿਪੋਰਟ ਕਰਵਾਈ ਮੈਂ ਜਾ ਕੇ ਤੇ ਉੱਥੋਂ ਵੀ ਰਿਪੋਰਟ ਮੇਰੀ ਨੋਰਮਲ ਆਈ। ਉਹ ਰਿਪੋਰਟਸ ਲੈ ਕੇ ਫਿਰ ਮੈਂ ਪੁਰਾਣੇ ਹਸਪੀਟਲ ਗਿਆ। ਮੈਂ ਡਾਕਟਰ ਨੂੰ ਮਿਲਿਆ ਜਾ ਕੇ। ਮੈਂ ਕਿਹਾ ਡਾਕਟਰ ਇਹ ਰਿਪੋਰਟ ਨੋਰਮਲ ਆ ਮੇਰੀ। ਮੈਂ ਕਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਕੋਈ ਲੀਵਰ ਡੈਮੇਜ ਨਹੀਂ ਹੈਗਾ। ਮੈਂ ਕਿਹਾ ਮੈਂ ਬਿਲਕੁਲ ਪੂਰੀ ਤਰ੍ਹਾਂ ਠੀਕ ਹਾਂ। ਔਰ ਡਾਕਟਰ ਖੁਦ ਇੰਨੇ ਹੈਰਾਨ ਸੀ ਨਾ ਕਿ ਇਹ ਹੋ ਕਿੱਦਾਂ ਗਿਆ। ਫਿਰ ਮੈਂ ਡਾਕਟਰਸ ਨੂੰ ਕਿਹਾ
ਕਿ ਮੈਂ ਜੀਵ ਤੇ ਪਰਮੇਸ਼ਰ ਨੂੰ ਮੰਨਦਾ ਆ। ਜਿੰਨੇ ਮੈਨੂੰ ਅੱਜ ਬਚਾਇਆ ਆ ਉਹ ਅੱਜ ਵੀ ਮੁਰਦਿਆਂ 'ਚ ਜਾਨ ਪਾਉਂਦਾ ਆ ਤੇ ਉਹਨੇ ਹੀ ਮੈਨੂੰ ਅੱਜ ਬਚਾਇਆ ਤੇ ਅੱਜ ਨਵਾਂ ਜੀਵਨ ਮੈਨੂੰ ਪ੍ਰਭੂ ਯਿਸੂ ਮਸੀਹ ਨੇ ਹੀ ਦਿੱਤਾ ਆ। ਬਲਕਿ ਹੁਣ ਮੈਂ ਬਿਲਕੁਲ ਪੂਰੀ ਤਰ੍ਹਾਂ ਠੀਕ ਆ। ਜੋ ਮੈਂ ਪਹਿਲਾਂ ਨਹੀਂ ਸੀ ਕਰ ਪਾਉਂਦਾ ਹੁਣ ਮੈਂ ਬਿਲਕੁਲ ਕਰਦਾ, ਤੁਰ ਫਿਰ ਪਾ ਰਿਹਾ ਆ, ਜੋਬ ਵੀ ਕਰਦਾ ਆ, ਸਟੱਡੀ ਵੀ ਕਰਦਾ ਆ। ਪਹਿਲਾਂ ਮੇਰਾ weight ਬਹੁਤ ਘਟ ਗਿਆ ਸੀਗਾ, ਹੁਣ ਵੱਧ ਚੁੱਕਾ ਆ ਮੇਰਾ weight। ਕੋਈ ਇੱਦਾਂ ਦੀ ਮੈਨੂੰ ਪ੍ਰੋਬਲਮ ਨਹੀਂ ਹੈਗੀ। ਸਾਰਾ ਕੰਮ ਮੈਂ ਖੁਦ ਕਰਦਾ ਆ, ਆਪਣੇ ਘਰ ਦਾ ਵੀ ਕਰਦਾ ਆ। ਬਾਹਰ ਅਗਰ ਮੈਂ ਜਾਂਦਾ ਕੋਈ ਮੈਨੂੰ ਇੱਦਾਂ ਦੀ ਪ੍ਰੋਬਲਮ ਨਹੀਂ ਹੈਗੀ। ਹੁਣ ਮੈਂ ਆਪਣੀ ਲਾਈਫ 'ਚ ਬਹੁਤ ਜ਼ਿਆਦਾ ਖੁਸ਼ ਆ, ਸਾਰਾ ਕੁਝ ਸਹੀ ਚੱਲ ਰਿਹਾ ਵਾ। ਹੁਣ ਮੇਰਾ ਬੇਟਾ ਬਿਲਕੁਲ ਠੀਕ ਆ, ਖੁਸ਼ ਰਹਿੰਦਾ ਆ, ਰੋਟੀ ਪਾਣੀ ਖਾ ਰਿਹਾ ਸਹੀ, ਕੋਈ ਦਿੱਕਤ ਨਹੀਂ ਹੋਣਾ। ਜਿਹੜੇ ਲੋਕ ਅੱਜ ਵੀ ਬਿਮਾਰ ਨੇ ਜਾਂ ਹਸਪੀਟਲ ਦੇ ਵਿੱਚ ਨੇ ਜਾਂ ਬੈੱਡ ਤੇ ਨੇ, ਮੈਂ ਉਹਨਾਂ ਨੂੰ ਇੱਕ ਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਰੱਖੋ। ਅਗਰ ਪ੍ਰਭੂ ਨੇ ਮੇਰੀ ਲਾਈਫ 'ਚ ਕੰਮ ਕੀਤਾ ਤੁਹਾਡੀ ਲਾਈਫ 'ਚ ਵੀ ਕੰਮ ਕਰੂਗਾ। ਹੁਣ ਮੈਂ ਬਹੁਤ ਖੁਸ਼ ਹਾਂ, ਮੇਰੀ ਫੈਮਿਲੀ ਵੀ ਬਹੁਤ ਖੁਸ਼ ਆ। ਇਸ ਵੱਡੀ ਹੀਲਿੰਗ ਦੇ ਲਈ ਮੈਂ ਪ੍ਰਭੂ ਯਿਸੂ ਮਸੀਹ ਜੀ ਦਾ ਧੰਨਵਾਦ ਕਰਦਾ ਹਾਂ ਤੇ ਉਹਨਾਂ ਦੇ ਦਾਸੀ ਦਾ ਬਹੁਤ ਧੰਨਵਾਦ ਕਰਦਾ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। तारीफ करें सबसे जोर से तालियों के साथ उस जीवित परमेश्वर प्रभु यीशु मसीह के नाम को महिमा दें। सबसे जोर से तालियों के साथ उस जीवित परमेश्वर प्रभु यीशु मसीह के नाम को महिमा देते जाएं।